इश्क दे मुतल्लक ते असां बड़ा पढ़िया जी इश्क दे बारे च बड़ा पढ़िया बड़ा पढ़िया शायर दी ऐस मैनूं समझ नहीं आई शायर दी ऐस गल दी समझ नहीं आई जी कि शायर हीर दी तारीफ करदा पिया ए पता इंज लगदा पता नहीं हीर रांझे कोल सी कि शायर कोल सी हाँ जी हीर रांझे कोल सी या शायर कोल या शायर दे कोल सी हीर हो जी वो हीर वेखो शायर कहता है की हीर दी करे तारीफ शायर मथे चमकदा हुसन महताब दा जी की हीर दी करे करे तारीफ शायर मथे चमकदा हुसन महताब दा जी ਉਹਦੇ ਹੁਸਨ ਦੀ ਤਾਰੀਫ ਕੀਤੀ ਉਹਨੂੰ ਉਹ ਸੂਰਜ ਨਾਲ ਤਸ਼ਬੀਹ ਦੇਤੀ ਜਿਹੜੀ ਸ਼ਾਇਰ ਉਹਦੇ ਕੋਲ ਸੀ ਨਾ ਹੁਸਨ ਵੇਂਦਾ ਸੀ ਪਿਆ ਖੂਨੀ ਚੁੰਨੀਆਂ ਰਾਤ ਜਿਉਂ ਚੰਨ ਗਿਰਦੇ ਸੁਰਖ ਰੰਗ ਜਿਵੇਂ ਰੰਗ ਸ਼ਹਾਬ ਦਾ ਜੀ ਉਹ ਕਹਿੰਦਾ ਉਹਦੀਆਂ ਜਿਹੜੀਆਂ ਗੁੱਤਾਂ ਸਨ ਨਾ ਜਿਹੜੀਆਂ ਗੁੱਤਾਂ ਕਰਦੀ ਸੀ ਹੀਰ हाँ जी ਸ਼ਾਇਰ ਕਹਿ ਰਿਹਾ ਉਹ ਜੋ ਗੁੱਤਾਂ ਨੇ ਹੀਰ ਕਰਦੀਆਂ ਸਨ ਐਨੀਆਂ ਕਾਲੀਆਂ ਸਨ ਕਿ ਜਿਵੇਂ ਚੰਨ ਦੇ ਆਲੇ ਦੁਆਲੇ ਅੰਧੇਰਾ ਕੋ ਤੇ ਚੰਨ ਵਿੱਚ ਉਹਦਾ ਮੁਖੜਾ ਸਾਫ਼ ਨਜ਼ਰ ਆਉਂਦਾ ਸੀ ਪਿਆ जी ਨੈਣ ਨਰਕ ਸੀ ਮਰਗ ਮਮੂਲੜੇ ਦੇ ਤੇ ਗੱਲਾਂ ਟਖੀਆਂ ਫੁੱਲ ਗੁਲਾਬ ਦਾ ਜੀ ਹੁਣ ਸ਼ਾਇਰਾਂ ਦਾ ਪਿਆ ਵੇ ਕਿ ਜਿਹੜੇ ਉਹਦੇ ਨੈਣ ਸਨ ਅੱਖਾਂ ਸਨ ਉਹ ਕੇਸ ਨਰਗਸ ਦੇ ਫੁੱਲ ਵਾਂਗੂ ਸਨ ਮਮੂਲੜਾ ਇੱਕ ਜਾਨਵਰ ਉਹਦੀਆਂ ਅੱਖਾਂ ਵਾਂਗੂ ਉਹਦੀਆਂ ਅੱਖਾਂ ਸਨ ਫਿਰ ਗੱਲਾਂ ਜਿਹੜੀਆਂ ਨੇ ਉਹਦੀਆਂ ਕੇਸਾਂ ਇਸ ਤਰ੍ਹਾਂ ਗੁਲਾਬ ਦੇ ਫੁੱਲ ਹੁੰਦੇ ਨੇ वाह ਯਾਨੀ ਸ਼ਾਇਰ ਨੇ ਹੀਰ ਨੂੰ ਮੇਰਾ ਖਿਆਲ ਕੋਲ ਬਿਠਾ ਲਿਆ ਸੀ जी ਹੀਰ ਨੂੰ ਕੋਲ ਪਾ ਲਿਆ ਨਾ ਰਾਂਝਾ ਵਿਚਾਰਾ ਜੰਗਲਾਂ 'ਚ ਫਿਰਦਾ ਪਿਆ ਹੀਰ ਤੇ ਰਹੀ ਸ਼ਾਇਰ ਕੋਲ ਹੀ ਭਾਵਾਂ ਵਾਨ ਕਮਾਨ ਲਾਹੌਰ ਦੇ ਸਨ ਤੇ ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ ਉਹਦੀਆਂ ਜਿਹੜੀਆਂ ਬਾਵਾਂ ਸਨ ਹੀਰ ਦੀਆਂ ਉਹ ਐਂ ਸਨ ਜਿਵੇਂ ਲਾਹੌਰ ਦੀਆਂ ਜਿਵੇਂ ਉੱਥੇ ਕਮਾਨ ਉਸ ਵਕਤ ਨਾ ਤੀਰ ਕਮਾਨ ਬਣਦੇ ਸਨ ਲਾਹੌਰ ਦੇ ਵਿੱਚ जी ਤੇ ਸ਼ਾਇਰ ਇਹਦਾ ਮੈਨੂੰ ਜਿਹੜੀਆਂ ਉਹਦੀ ਬਾਵਾਂ ਸਨ ਇੰਜ ਨਜ਼ਰ ਆਉਂਦੀਆਂ ਜਿਵੇਂ ਲਾਹੌਰ ਦੇ ਵਿੱਚ ਤੀਰ ਕਮਾਨ ਨੇ वाह ਇੰਜ ਦੀਆਂ ਬਾਵਾਂ ਸਨ अच्छा जी ਹਾਂਜੀ ਹੀਰ ਕੋਲ ਸੀ ਸ਼ਾਇਰ ਦੇ ਹੋਰ ਸ਼ਾਇਰ ਲੱਭਣ ਬੜਾ ਜਾਂਦਾ ਜ਼ੁਬਾਨੀ ਤੇ ਨਹੀਂ ਬਣਦਾ ਸੁਰਮਾ ਕਿੰਜ ਬਣ ਗਿਆ ਹੀਰੋ ਵੇਖੋ ਸ਼ਾਇਰ ਸੁਰਮੇ ਦੀ ਕਿਹਨੇ ਕੰਨ ਸੁਰਮਾ ਨੈਣਾ ਦੀ ਧਾਰ ਵਿੱਚ ਫਬਰਿਆ ਸੁਰਮਾ ਨੈਣਾ ਦੀ ਧਾਰ ਵਿੱਚ ਫਬਰਿਆ ਤੇ ਚੜਿਆ ਬੰਦ ਤੇ ਕਟਕ ਪੰਜਾਬ ਦਾ ਜਿਵੇਂ ਕੋਈ ਫੌਜੀ ਨਹੀਂ ਹਮਲਾ ਕਰਕੇ ਆ ਜਾਂਦਾ जी जी ਐਂ ਸੁਰਮਾ ਧਾਰਾਂ ਕੱਢ ਕੇ ਖਿੱਚ ਕੇ ਰੱਖਿਆ ਜਿਵੇਂ ਕੋਈ ਫੌਜ ਤਲਵਾਰਾਂ ਕੱਢ ਕੇ ਅਗਾਂਹ ਬੜੀ ਵੇਖੋ ਸ਼ਾਇਰ ਦਾ ਕਮਾਲ ਦੇ ਖੁੱਲੀ ਤ੍ਰਿੰਜਨਾ ਵਿੱਚ ਲਟਕਦੀ ਏ ਤੇ ਹਾਥੀ ਮਸਤ ਜਿਵੇਂ ਫਿਰੇ ਨਵਾਬ ਦਾ ਜੀ ਜਦੋਂ ਹੀਰ ਫਿਰ ਕਹਿੰਦਾ ਮਹਿਫਲ ਦੇ ਵਿੱਚ ਜਾਂਦੀ ਐ ਨਹੀਂ ਜਾਂਦੀ ਹੈ ਜਿਵੇਂ ਹਾਥੀ ਮਸਤ ਐ ਚੱਲਦਾ ਹੈ ਜਿਹੜੀ ਸ਼ਾਇਰ ਨੇ ਉਹਨੂੰ ਕੋਲ ਬਿਠਾ ਕੇ ਬੜਾ ਸੋਹਣਾ ਤਸਵੀਰਾਂ ਦਿੱਤੀਆਂ ਉਹਨੂੰ ਕੋਈ ਸ਼ਾਇਰ ਛੱਡੀ ਨਹੀਂ ਹੁਣ ਸ਼ਾਇਰ ਉਹਦਾ ਕਹਿੰਦਾ ਜਿਹੜੇ ਗੱਲਾਂ ਉੱਤੇ ਉਹਦੇ ਜਿਹੜੇ ਨੇ ਆਪਣਾ ਤਿਲ ਹੁਣ ਸ਼ਾਇਰ ਦਾ ਉੱਤੇ ਧਿਆਨ ਪੈ ਗਿਆ ਚਿਹਰੇ ਸੋਹਣੇ ਦੇ ਖੱਤ ਖਾਲ ਬੰਦੇ ਤੋਂ ਖੁਸ਼ ਖੱਤ ਜਿਵੇਂ ਹਰਫ ਕਿਤਾਬ ਦਾ ਜੀ ਕਹਿੰਦਾ ਇਸ ਤਰ੍ਹਾਂ ਕਿ ਜਿਵੇਂ ਕਿਸੇ ਨੇ ਹੱਥ ਨਾਲ ਤਿਲ ਭਰਿਆ ਹੈ ਕੁਦਰਤੀ ਲੱਗਦਾ ਹੈ ਜਿਵੇਂ ਮੁਸਨੂਈ ਤਿਲ ਜਿਹੜੇ ਵੇਖਦੇ ਦੇ ਰੀਝਾਂ ਨਾਲ ਤੇ ਵੱਡਾ ਫਾਇਦਾ ਤਿਨਾਂ ਦੇ ਬਾਪ ਦਾ ਜੀ ਜਿਹੜੇ ਵਹਿੰਦੇ ਨੂੰ ਵੇਖਦੇ ਰਹਿ ਜਾਂਦੇ ਸਨ ਜਿਹੜੇ ਸ਼ਾਇਰ ਨੇ ਉਸ ਤੋਂ ਬਾਅਦ ਨੱਕ ਦੀ ਤਾਰੀਫ ਕਰ ਹੋਂਠ ਆਉਂਦੇ ਹੋਂਠ ਹੀਰ ਦੇ ਹੋਂਠ ਕੈਸੇ ਸਨ ਸੁਰਖ ਯਕੂਤ ਲਾਲ ਜਿਵੇਂ ਲਾਲ ਚਮਕਣ ਠੋਡੀ ਸਿਉ ਵਲੈਤੀ ਸਾਰ ਵਿੱਚੋਂ ਜਿਹੜੀ ਠੋਡੀ ਹੈ ਜਿਹੜੇ ਹੋਂਠ ਨੇ ਉਹਦੇ ਹੀਰ ਦੇ ਉਹ ਕਿਵੇਂ ਨੇ ਯਕੂਤ ਵਾਂਗੂ ਜਿਹੜੀ ਠੋਡੀ ਹੈ ਉਹ ਕੀ ਹੈ ਸੇਬ ਵਲੈਤੀ ਸੇਬ ਵਲੈਤੀ ਸੇਬ ਕੁਛ ਸਫੇਦ ਹੁੰਦਾ ਕੁਛ ਵਿੱਚ ਲਾਲੀਆਂ ਹੁੰਦੀਆਂ ਨੱਕ ਦੀ ਤਾਰੀਫ ਨੱਕ ਜਿਹੜਾ ਹੀਰ ਦਾ ਉਹ ਕੀ ਸੀ ਅਲਮ ਹੁਸੈਨੀ ਦਾ ਪੀਲਾ ਸੀ ਤੇ ਜ਼ੁਲਫਨਾਕ ਖਜ਼ਾਨੇ ਦੀ ਬਾਹਰ ਵਿੱਚੋਂ ਜਿਵੇਂ ਹਜ਼ਰਤ ਹੁਸੈਨ ਰਜ਼ੀ ਅੱਲਾਹ ਤਾਲਾ ਦੀ ਤਲਵਾਰ ਦੀ ਉਤਲੇ ਸਿਰੇ ਦੀ ਨੋਕ ਸੀ ਐਂਡ ਤਲਵਾਰ ਸੀ ਜਿਹੜਾ ਜਿੱਥੇ ਜਾਂਦੀ ਸੀ ਕੱਟ ਕੇ ਪਰੇ ਮਾਰਦੇ ਸੀ ਨੱਕ ਨਾਲ ਉਹਦੀ ਨੱਕ ਨਾਲ ਹੀ ਲੋਕ ਜ਼ਖਮੀ ਹੋ ਜਾਂਦੇ ਸਨ ਜਿਹੜੀ ਤਲਵਾਰ ਵਾਂਗੂ ਤੇਜ਼ ਤਰ੍ਹਾਂ ਦੇ ਇਮਾਮ ਹਸਨ ਦੀ ਤਲਵਾਰ ਸੀ ਨਾ ਕਰਬਲਾ ਦੇ ਵਿੱਚ ਤੇ ਹੀਰ ਦੀ ਤਲਵਾਰ ਨਾਲ ਉਹਦੇ ਨਾਲ ਤਸ਼ਬੀਹ ਦਿੰਦੀ ਸੀ ਜ਼ੁਲਫ ਜਿਹੜੀ ਉਹ ਕੀ ਸੀ ਜਿਵੇਂ ਨਾਗ ਹੀ ਨਾਗ ਨੇ ਹਰ ਵਾਲ ਇੱਕ ਨਾਗ ਦੇ ਬਰਾਬਰ ਸਪਣੀਆਂ ਦੰਦ ਚਮਕੇ ਦੇ ਲੜੀ ਦੇ ਹਰਸ ਮੋਤੀ ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ ਜਿਹੜੇ ਉਹਦੇ ਜਿਹੜੇ ਦਾਣੇ ਸਨ ਉਹ ਜਿਹੜੇ ਸਨ ਦੰਦ ਉਹ ਜਿਹੜਾ ਅਨਾਰ ਦੇ ਵਿੱਚ ਜਿਹੜੇ ਦਾਣੇ ਨਹੀਂ ਹੁੰਦੇ ਸਫੇਦ ਰੰਗ ਦੇ ਉਸ ਤਰ੍ਹਾਂ ਵਾਂਗੂ ਚਮਕਦੇ ਸਨ ਲਿਖੀ ਚੀਨ ਕਸ਼ਮੀਰ ਤਸਵੀਰ ਜੱਟੀ ਕਦ ਸਰੂ ਬਹਿਸ਼ਤ ਗੁਲਜ਼ਾਰ ਵਿੱਚੋਂ
ਉਹ ਸ਼ਾਇਰ ਨੇ ਉਹਦੀ ਜਿਹੜੀ ਉਹਦੀ ਤਸਵੀਰ ਲਿਖੀ ਹੈ ਨਾ ਉਹਦੇ ਕੱਦ ਦੀ, ਆਂਦਾ ਇੰਜ ਸੀ ਜਿਵੇਂ ਜੰਨਤ ਦੇ ਵਿੱਚ ਸਰੂ ਨਹੀਂ ਉੱਗੇ ਹੁੰਦੇ। ਜੰਨਤ ਦੇ ਵਿੱਚ ਬਾਗ ਹੈ, ਉਹਦੇ ਵਿੱਚ ਸਰੂ ਨੇ, ਉਸ ਤਰ੍ਹਾਂ ਸੀ। ਗਰਦਨ ਅੱਗੇ ਆ ਗਈ ਹੁਣ ਧੋਣ, ਗਰਦਨ ਕੂੰਜ ਦੀ ਉਂਗਲੀਆਂ ਰਵਾਂ ਫੜੀਆਂ। ਗਰਦਨ ਕੀ ਸੀ? ਕੂੰਜ ਦੀ ਗਰਦਨ ਐ ਜਿਵੇਂ ਕੂੰਜ ਇੱਕ ਜਾਨਵਰ ਹੈ, ਤੇ ਉਂਗਲੀਆਂ ਇੰਜ ਜਿਵੇਂ ਰਵਾਂ ਦੀਆਂ ਫਲੀਆਂ, ਬੜੀਆਂ ਬਰੀਕ ਜਿਹੀਆਂ ਸਨ, ਤੇ ਹੱਥ ਕੋਲੜੇ ਬਰਗ ਚਨਾਰ ਵਿੱਚੋਂ। ਬਾਹਾਂ ਅੱਗੇ ਆ ਗਈਆਂ, ਬਾਹਾਂ ਰਹਿ ਗਈਆਂ। ਬਾਹਾਂ ਨੂੰ ਪਤਾ ਕੱਪੜੇ ਉਤਾਰ ਕੇ ਸਭ ਕੁਝ ਵੇਖਣਾ ਹੈ, ਸ਼ਾਇਰ ਨੇ ਉਹ ਤੁਹਾਨੂੰ ਕਿਵੇਂ ਪਤਾ ਕਰਦਾ ਹੈ ਉਹਨੂੰ। ਬਾਹਾਂ ਜਿਹੜੀਆਂ ਨੇ ਵੇਲੀਆਂ ਗੁਣ ਮੱਖਣ ਚ ਗੁੱਝੀਆਂ ਹੋਈਆਂ ਸਨ, ਤੇ ਛਾਤੀ ਸੰਗੇ ਮਰਮਰ ਗੁੰਗਧਾਰ ਵਿੱਚੋਂ। ਛਾਤੀ ਇਹ ਜਿਹੀ ਜਿਹੜੀ ਕੀ ਸੰਗੇ ਮਰਮਰ ਦੇ ਪੱਥਰ ਸਨ। ਛਾਤੀ ਠਾਠ ਦੀ ਉਪਰੀ ਪੱਟ ਖਿਨੂ ਤੇ ਸੀਓ ਬਲਖ ਦੇ ਚਣੇ ਅੰਬਾਰ ਵਿੱਚੋਂ। ਛਾਤੀ ਦੇ ਪਸਤਾਨਾ ਦੇ ਉੱਤੇ ਉਹਨ ਡੋਡੀਆਂ ਦੀ ਤਾਰੀਫ ਵੀ ਸ਼ਾਇਰ ਕਰ ਗਿਆ। ओ भाई मारो मुझे, मारो। ਵੇਖੋ ਉਹਦਾ ਸ਼ਾਇਰ ਦਾ ਕਮਾਲ ਦੇਖੋ, ਤੇ ਹੀਰ ਕਿੱਥੇ ਰੱਖੀ ਉਹਨਾਂ ਆਪਣੇ ਕੋਲ। ਧੁੰਨੀ ਅੱਗੇ ਵੇਖੋ, ਅੱਗੇ ਸ਼ਾਇਰ ਕੀ ਕਰਦਾ ਵੇ? ਰਾਂਝੇ ਨੂੰ ਪਤਾ ਹੀ ਕੋਈ ਨਹੀਂ ਮੇਰੀ ਹੀਰ ਨਾਲ ਕੀ ਹੁੰਦਾ ਪਿਆ। ਰਾਂਝੇ ਨੂੰ ਪਤਾ ਹੀ ਕੋਈ, ਉਹ ਆਸ਼ਿਕ ਸਹਿਣ ਨੂੰ, ਗੱਲ ਸੁਣੋ, ਆਸ਼ਿਕ ਸਹਿਣ ਨੂੰ ਪਤਾ ਹੀ ਕੋਈ ਨਹੀਂ। ਉਹ ਕਿੱਥੇ ਰਾਂਝਾ ਕਿੱਥੇ? ਉਹ ਜੰਗਲਾਂ 'ਚ ਫਿਰਦਾ। ਉਹ ਜੰਗਲਾਂ 'ਚ ਫਿਰਦਾ ਵੇ, ਮਜ਼ੇ ਕੌਣ ਲੁੱਟਣ ਡਿਆ? ਸ਼ਾਇਰ। क्या सीन है। ਧੁੰਨੀ ਆ ਗਈ ਹੈ ਕਿ ਉਹਦੀ ਧੁੰਨੀ ਬਹਿਸ਼ਤ ਤੇ ਹੌਜ਼ ਦਾ ਮੁਸ਼ਕ ਕੁਬਾ। ਧੁੰਨੀ ਉਹਦੀ ਕੀ ਹੈ? ਜੰਨਤ ਦਾ ਇੱਕ ਹੌਜ਼ ਹੈ, ਉਹਦੇ ਵਿੱਚ ਜਿਹੜੀ ਮੁਸ਼ਕ ਹੈ ਉਹ ਹੋਵੇ ਧੁੰਨੀ। ਕਿਹਦੀ ਬਣਾ? ਹੀਰ ਦੀ। ਤੇ ਪੇਟੂ ਮਖਮਲੀ ਖਾਨ ਸਰਕਾਰ ਵਿੱਚੋਂ। ਮਖਮਲ ਜਿਵੇਂ ਮਖਮਲ ਦੇ ਜਿਹੜੇ ਪਰਦੇ ਨਹੀਂ ਹੁੰਦੇ, ਜਦੋਂ ਤੁਰਦੀ ਹੈ ਤਾਂ ਪੇਟ ਦੇ ਵਿੱਚ ਅੱਜ ਵਿੱਚ ਲਹਿਰਾਂ ਪੈਂਦੀਆਂ ਇਹਦੇ ਕਰਕੇ। ਇਹ ਉਹਦੇ ਸ਼ਾਇਰ ਦਾ ਕਮਾਲ ਦੇਖੋ। ਅੱਗੇ ਚੁਤੜਾ ਦੀ ਤਾਰੀਫ ਸ਼ਾਇਰ ਕਰਦਾ। ਕਿਹਦੀ? ਚੁਤੜ। ਹੀਰ ਦੇ ਚੁਤੜ ਦੇਖਿਆ ਕੈਸੇ ਕਰਦਾ। ਕਫੂਰ ਸ਼ਹਿਨਾ ਸਰੀਨ ਬੰਕੇ। ਕਫੂਰ ਸ਼ਹਿਨਾ ਸਰੀਨ ਕਹਿੰਦੇ ਨੇ ਚੁਤੜਾ ਨੂੰ। ਐਨੇ ਜਿਵੇਂ ਬਾਂਕੇ ਨੇ। ਸਾਕ ਹੁਸਨ ਸਤੂਨ ਮੀਨਾਰ ਵਿੱਚੋਂ। ਸਾਕ ਜਿਹੜੀ ਲੱਤਾਂ ਦੀਆਂ ਪੰਡਲੀਆਂ ਦੀ ਤਾਰੀਫ। ਇੰਜ ਨੇ ਜਿਵੇਂ ਕਿਤੇ ਬਸਜਾ ਦਾ ਦਰਬਾਰ ਦੇ ਵਿੱਚ ਛੋਟੇ ਉਹ ਮਨਾਰ ਦੇ ਵਿੱਚ ਹੁੰਦਾ ਨਾ ਬਣਾਈਆਂ ਨੇ, ਉਹਦੇ ਐਂਡ ਦੇ ਉਹਨਾਂ ਨੇ ਬਿਲਕੁਲ ਕਿਸੇ ਕਿਸਮ ਦੀ ਕੋਈ ਵਿੱਚ ਕਸ਼ਾਇਸ਼ ਨਹੀਂ ਛੱਡੀ। ਹੁਣ ਹੋਂਡਾਂ ਦੀ ਸੁਰਖੀ ਰਹਿ ਗਈ ਜੀ। ਸੁਰਖੀ ਹੋਂਡਾਂ ਦੀ ਲੋੜ ਦੰਦ ਅਸੜੇ ਦਾ ਖੋਜੇ ਖਤਰੀ ਕਤਲ ਬਾਜ਼ਾਰ ਵਿੱਚੋਂ। ਬਸ ਜਿਹੜਾ ਕਹਿੰਦਾ ਵੇ ਬਸ ਕਤਲ ਹੀ ਹੋ ਜਾਂਦਾ। ਸਈਆਂ ਨਾਲ ਲਟਕਦੀ ਮਾਂ ਮਤੀ ਜਿਵੇਂ ਹਰਣੀਆਂ ਤਿੱਠੀਆਂ ਬਾਰ ਵਿੱਚੋਂ। ਇਹ ਸਾਰੀ ਗੱਲ ਦਾ ਕਹਿਣ ਦਾ ਮਕਸਦ ਹੈ ਵੇ ਕਿ ਸ਼ਾਇਰ ਨੇ ਹੀਰ ਦਾ ਨਕਸ਼ਾ ਕਿਉਂ ਖਿੱਚਿਆ ਵੇ। ਇਹ ਇੱਕ ਫਰਜ਼ੀ ਦਾਸਤਾਨ ਸੀ। ਕੀ ਸੀ? ਇੱਕ ਫਰਜ਼ੀ ਕਹਾਣੀ ਸੀ। ਇੱਕ ਫਰਜ਼ੀ ਰੱਖ ਕੇ ਰਾਂਝੇ ਨੂੰ ਵੀ ਫਰਜ਼ੀ ਕਰ ਲਿਆ ਤੇ ਹੀਰ ਨੇ ਵੀ ਉਹਨੂੰ ਫਰਜ਼ੀ ਕਰ ਲਿਆ। ਇਸ਼ਕ ਵਿੱਚ ਇਹ ਚੀਜ਼ ਨਹੀਂ ਹੁੰਦੀ ਕਿ ਰਾਂਝਾ ਜੰਗਲਾਂ ਨੇ ਵਿਆਹ ਫਿਰਦਾ ਰਹੇ ਤੇ ਤੁਹਾਡੇ ਮਹਿਬੂਬ ਦੀਆਂ ਤਸਵੀਰਾਂ ਕੋਈ ਖਿੱਚਦਾ ਰਹੇ। ਰਾਂਝੇ ਦੀ ਤਾਰੀਫ ਰਾਂਝੇ ਦੀ ਤਾਰੀਫ ਕਰ। ਰਾਂਝਾ ਦੇ ਜੰਗਲ 'ਚ دیਵਾਨਾ ਹੋ ਗਿਆ ਨਾ ਹੈ ਦੋ। ਉਹਦੀ ਤਾਰੀਫ ਸਾਰੀ ਤੇ ਨਹੀਂ ਮੈਂ ਕਰਨੀ। ਹੁਣ ਤਾਰੀਫ ਹੀਰ ਦੀ ਕੀਤੀ ਹੈ ਉਹਨੂੰ ਸ਼ਾਇਰ ਨੇ, ਤੇ ਹੀਰ ਦੀ ਤਾਰੀਫ ਇੰਝ ਕੀਤੀ ਹੈ ਕਿ ਜਿਵੇਂ ਹੀਰ ਸ਼ਾਇਰ ਦੇ ਕੋਲ ਬਿਲਕੁਲ ਉਹਨੇ ਆਪਣੇ ਕੋਲ ਬਿਠਾਈ ਹੈ, ਤੇ ਰਾਂਝੇ ਹੋਰਾਂ ਨੂੰ ਪਤਾ ਹੀ ਕੋਈ ਨਹੀਂ। ਕਹਿਣ ਦਾ ਮਕਸਦ ਹੈ ਕਿ ਅੱਜ ਕੱਲ ਦੇ ਜਿਹੜੇ ਸ਼ਾਇਰ ਲੋਕ ਨੇ ਉਹ ਕੀ ਅੱਜ ਕੱਲ ਦੇ ਜਿਹੜੇ ਆਸ਼ਿਕ ਨੇ ਉਹ ਕੀ ਕਰ ਰਹੇ ਨੇ? ਉਹਨਾਂ ਨੂੰ ਉਹਦੇ ਵਿਚਾਰੇ دیਵਾਨੇ ਹੋ ਗਏ ਨੇ, ਤੇ ਉਹਨਾਂ ਦੀਆਂ ਜਿਹੜੇ ਮਹਿਬੂਬ ਨੇ ਤਸਵੀਰਾਂ ਕੋਈ ਖਿੱਚਣ ਡਿਆ। ਮਹਿਬੂਬ ਕਿਸੇ ਦਾ ਸੋਹਣਾ ਕਿਸੇ ਨੂੰ ਲੱਗਣ ਡਿਆ। ਫਿਰ ਜਿਹੜਾ ਆਸ਼ਿਕ ਹੈ ਉਹਨੂੰ ਤਾਂ ਪਤਾ ਹੀ ਕੋਈ ਨਹੀਂ। ਜੇ ਤੂੰ ਆਸ਼ਿਕ ਹੈ ਤਾਂ ਤੂੰ ਆਪਣੇ ਹੀਰ ਕੋਲੋਂ ਜੁਦਾ ਹੀ ਕਿਉਂ ਹੋਇਆ? ਗੱਲ ਕਰਨ ਦਾ ਮਕਸਦ ਹੈ ਵੇ ਆਸ਼ਿਕ ਉਹ ਨਹੀਂ ਹੈਗਾ ਕਿ ਜਿਹਨੂੰ ਉਹਦੇ ਮਹਿਬੂਬ ਦੀ ਜਾਂ ਉਹਦੇ ਮਹਿਬੂਬ ਦੀਆਂ ਸ਼ਾਇਰ ਉਹਦੀਆਂ ਤਸਵੀਰਾਂ ਖਿੱਚਦਾ ਫਿਰੇ, ਨਕਸ਼ੇ ਖਿੱਚਦਾ ਫਿਰੇ। ਇਸ਼ਕ ਹੈ ਵੀ ਆਪਣੇ ਮਹਿਬੂਬ ਤੋਂ ਕਦੇ ਵੀ ਜੁਦਾ ਨਾ ਹੋ।